ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਨੇ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੇ ਲਈ ਅੱਜ ਕੀ ਕੀਤਾ ਐਲਾਨ, ਖਬਰਾਂ ਵਿੱਚ ਦੱਸਾਂਗੇ। ਐਲਬਰਟਾ ਦੇ ਜਸਟਿਸ ਮੰਤਰੀ ਨੂੰ ਹੋਇਆ ਜੁਰਮਾਨਾ, ਗੱਡੀ ਚਲਾਉਂਦੇ ਹੋਏ ਫੋਨ ਦੀ ਕਰ ਰਹੇ ਸੀ ਵਰਤੋਂ ਤੇ ਫਿਰ ਐਡਮੰਟਨ ਦੇ ਪੁਲਿਸ ਚੀਫ ਨੂੰ ਕੀਤਾ ਫੋਨ। ਦੱਸਾਂਗੇ ਕੀ ਹੈ ਪੂਰਾ ਮਾਮਲਾ ਤੇ ਹੁਣ ਅਸਤੀਫੇ ਦੀ ਹੋ ਰਹੀ ਹੈ ਮੰਗ। ਓਨਟਾਰੀਓ ਵਿੱਚ ਬਰਫੀਲੇ ਤੂਫਾਨ ਕਰਕੇ ਭਾਰੀ ਨੁਕਸਾਨ, ਦਿਖਾਵਾਂਗੇ ਭਾਰੀ ਬਰਫ਼ ਨਾਲ ਨਜਿੱਠ ਰਹੇ ਵਸਨੀਕਾਂ ਦੀਆਂ ਤਸਵੀਰਾਂ। ਅੱਜ ਰਾਤ ਕੈਲਗਰੀ ਵਿੱਚ ਕੜਾਕੇ ਦੀ ਠੰਡ ਬਾਰੇ ਪਹਿਲਾਂ ਹੀ ਵਾਤਾਵਰਣ ਵਿਭਾਗ ਨੇ ਚੇਤਾਵਨੀ ਦਿੱਤੀ ਤੇ ਸਿਟੀ ਨੇ ਤਿਆਰੀਆਂ ਕੀਤੀਆਂ। ਓਨਟਾਰੀਓ ਵਿੱਚ ਹਾਈਵੇ 417 ਤੇ ਅੱਜ ਸਵੇਰੇ 2 ਜਾਨਲੇਵਾ ਹਾਦਸੇ ਵਾਪਰੇ ਨੇ, ਜਿਸ ਦੇ ਵਿੱਚ 2 ਮੌਤਾਂ ਹੋਈਆਂ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਨੇ ਤਾਜ਼ਾ ਐਲਾਨ ਕੀਤਾ ਹੈ, ਜਿਸ ਦੇ ਵਿੱਚ ਕੈਨੇਡਾ 'ਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਦੇ ਵਾਸਤੇ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਉਸ ਦੇ ਲਈ ਅਗਲੇ 3 ਸਾਲ ਦੌਰਾਨ ਜੋ ਨਿਵੇਸ਼ ਕੀਤਾ ਜਾ ਰਿਹਾ ਹੈ, ਉਸ ਦੇ ਬਾਰੇ ਦੱਸਿਆ ਗਿਆ ਹੈ। ਕੈਨੇਡਾ ਵਿੱਚ ਜਿੰਨੇ ਵੀ ਨਵੇਂ ਪ੍ਰਵਾਸੀ ਆਉਂਦੇ ਨੇ, ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਦੇ ਨੇ, ਤਾਂ ਕੈਨੇਡਾ ਸਰਕਾਰ ਵੱਲੋਂ ਕੁਝ ਪ੍ਰੋਗਰਾਮਸ ਦੇ ਰਾਹੀਂ ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ, ਜਿਸ ਦੇ ਵਿੱਚ ਉਹਨਾਂ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਵਾਸਤੇ ਜੋ ਸਹੂਲਤਾਂ ਚਾਹੀਦੀਆਂ ਨੇ, ਉਹਨਾਂ ਦੇ ਵਾਸਤੇ ਨੌਕਰੀ ਲੱਭਣ ਦੇ ਵਾਸਤੇ ਤੇ ਨਾਲ ਹੀ ਇੱਥੋਂ ਦੇ ਸੱਭਿਆਚਾਰ ਤੇ ਭਾਸ਼ਾ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਜਿਹੜੇ ਨਵੇਂ ਪ੍ਰਵਾਸੀ ਆਉਂਦੇ ਨੇ ਉਹ ਕੈਨੇਡਾ ਵਿੱਚ ਆ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਸ਼ੁਰੂ ਕਰ ਸਕਣ ਤੇ ਨਾਲ ਹੀ ਉਹਨਾਂ ਨੂੰ ਅਜਿਹਾ ਮਹਿਸੂਸ ਹੋਵੇ ਕਿ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। $35 ਮਿਲੀਅਨ ਹੋਰ ਜ਼ਿਆਦਾ ਨਿਵੇਸ਼ ਕੀਤੇ ਜਾਣਗੇ ਅਜਿਹੇ ਪ੍ਰੋਗਰਾਮਸ ਦੇ ਵਿੱਚ, ਜਿਨ੍ਹਾਂ ਦੇ ਰਾਹੀਂ ਨਵੇਂ ਆਉਣ ਵਾਲਿਆਂ ਨੂੰ ਮਦਦ ਦਿੱਤੀ ਜਾਂਦੀ ਹੈ। ਅਗਲੇ 3 ਸਾਲ ਦੌਰਾਨ ਇਹ ਨਿਵੇਸ਼ ਹੋਵੇਗਾ, ਜਿਸ ਦੇ ਰਾਹੀਂ ਅਜਿਹੀਆਂ ਸਰਵਿਸਿਜ਼ ਨੂੰ ਹੋਰ ਵਧੀਆ ਬਣਾਇਆ ਜਾਵੇਗਾ ਤੇ ਹੋਰ ਅੱਗੇ ਹੋਰ ਥਾਵਾਂ ਦੇ ਵਾਸਤੇ ਵਧਾਇਆ ਵੀ ਜਾਵੇਗਾ। ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ ਜੋ ਛੋਟੇ ਸ਼ਹਿਰ ਨੇ ਤੇ ਨਾਲ ਹੀ ਪੇਂਡੂ ਖੇਤਰ ਨੇ, ਉਹਨਾਂ ਦੇ ਲਈ ਵੀ ਨਾ ਸਰਵਿਸਿਜ਼ ਨੂੰ ਹੋਰ ਅੱਗੇ ਵਧਾਇਆ ਜਾਵੇਗਾ, ਜਿਸ ਦੇ ਵਿੱਚੋਂ $21 ਮਿਲੀਅਨ ਇਸ ਦੇ ਵਾਸਤੇ ਵਰਤੋਂ ਹੋਵੇਗੀ ਇਸ ਦੀ ਕਿ ਨਵੇਂ 9 ਰੀਸੈਟਲਮੈਂਟ ਅਸਿਸਟੈਂਟ ਪ੍ਰੋਗਰਾਮ ਸਰਵਿਸ ਪ੍ਰੋਵਾਈਡਰ ਜੋ ਕਿ ਸੰਸਥਾਵਾਂ ਮਦਦ ਕਰਦੀਆਂ ਨੇ, ਉਹਨਾਂ ਨੂੰ ਹੋਰ ਬਣਾਇਆ ਜਾਵੇਗਾ। ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਮੈਨੀਟੋਬਾ ਤੇ ਨਿਊ ਬ੍ਰੰਸਵਿਕ ਦੇ ਵਿੱਚ, ਜਿੱਥੇ ਕਿ $21 ਮਿਲੀਅਨ ਇਸ ਵਾਸਤੇ ਹੀ ਨਿਵੇਸ਼ ਹੋਵੇਗਾ, ਤਾਂ ਕਿ ਜੋ ਮੌਜੂਦਾ 32 ਪ੍ਰੋਵਾਈਡਰਸ ਨੇ, ਯਾਨੀ ਕਿ 32 ਅਜਿਹੀਆਂ ਵੱਖੋ ਵੱਖਰੀਆਂ ਸੰਸਥਾਵਾਂ ਨੇ ਜਿਨ੍ਹਾਂ ਵੱਲੋਂ ਅਜਿਹੀ ਮਦਦ ਦਿੱਤੀ ਜਾ ਰਹੀ ਹੈ, ਉਹਨਾਂ ਦੇ ਉੱਤੇ ਹੋਰ ਜ਼ਿਆਦਾ ਭਾਰ ਨਾ ਪਵੇ ਤੇ ਨਵੀਆਂ ਹੋਰ ਸੰਸਥਾਵਾਂ ਜਾਂ ਫਿਰ ਨਵੇਂ ਇਹਨਾਂ ਪ੍ਰੋਗਰਾਮਾਂ ਨੂੰ ਅੱਗੇ ਪਹੁੰਚਾਉਣ ਦੇ ਵਿੱਚ ਮਦਦ ਕਰਨ ਵਾਲੇ ਜੋ ਹੋਣਗੇ, ਉਹਨਾਂ ਦੇ ਵਾਸਤੇ ਇਹ ਨਿਵੇਸ਼ ਹੋਵੇਗਾ। ਜਿਸ ਦੇ ਲਈ ਇਹ ਵੀ ਦੱਸਿਆ ਗਿਆ ਹੈ ਕਿ $14 ਮਿਲੀਅਨ ਇਸ ਵਾਸਤੇ ਹੋਵੇਗਾ ਜੋ ਪਹਿਲਾਂ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਨੂੰ ਹੋਰ ਵਧੀਆ ਬਣਾਇਆ ਜਾਵੇ। ਜੋ 14 ਪਹਿਲਾਂ ਤੋਂ ਚੱਲ ਰਹੇ ਪ੍ਰੋਗਰਾਮ ਨੇ, ਉਹਨਾਂ ਦੇ ਵਾਸਤੇ ਇਹ ਫੰਡਿੰਗ ਹੋਵੇਗੀ। ਖਾਸ ਤੌਰ ਤੇ ਉੱਤੇ ਜੋ ਫ੍ਰੈਂਕੋਫੋਨ ਯਾਨੀ ਕਿ ਫ੍ਰੈਂਚ ਭਾਸ਼ਾ ਵੀ ਬੋਲਦੇ ਨੇ, ਉਹ ਨਵੇਂ ਪ੍ਰਵਾਸੀ ਨੇ, ਉਹਨਾਂ ਨੂੰ ਇੱਥੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਲਈ ਜੋ ਮਦਦ ਚਾਹੀਦੀ ਹੋਵੇਗੀ, ਉਸ ਦੇ ਵਾਸਤੇ ਵੀ ਇਹ ਫੰਡਿੰਗ ਹੋਵੇਗੀ। ਇੱਥੇ ਜ਼ਿਕਰਯੋਗ ਹੈ ਕਿ ਸਾਲ 2020 ਵਿੱਚ ਕੈਨੇਡਾ ਸਰਕਾਰ ਨੇ ਆਪਣੀ ਰਣਨੀਤੀ ਦਾ ਐਲਾਨ ਕੀਤਾ ਸੀ ਕਿ ਆਉਂਦੇ 3 ਸਾਲ ਦੇ ਵਿੱਚ ਉਹ 12 ਲੱਖ ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨਗੇ, ਜਿਸ ਦੇ ਨਾਲ 4,01,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਸਾਲ 2021 ਵਿੱਚ ਕੀਤਾ ਵੀ ਜਾ ਚੁੱਕਿਆ ਹੈ। 2022 ਦੇ ਵਾਸਤੇ 4,11,000 ਦਾ ਟੀਚਾ ਹੈ ਤੇ 2023 ਦੇ ਵਾਸਤੇ 4,21,000 ਦਾ ਟੀਚਾ ਹੈ ਕਿ ਨਵੇਂ ਪ੍ਰਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇ। ਤੁਹਾਨੂੰ ਦੱਸਦੇ ਕਿ ਜੋ ਇਹ ਰੀਸੈਟਲਮੈਂਟ ਪ੍ਰੋਗਰਾਮ ਨੇ, ਇਹਨਾਂ ਦੇ ਰਾਹੀਂ ਵੱਖੋ ਵੱਖਰੇ ਪੱਧਰ ਦੇ ਉੱਤੇ ਮਦਦ ਮੁਹੱਈਆ ਕਰਵਾਈ ਜਾਂਦੀ ਹੈ। ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਆਏ ਹੋ ਜਾਂ ਫਿਰ ਕੈਨੇਡਾ ਦੇ ਵਿੱਚ ਆਉਣ ਵਾਲੇ ਹੋ, ਪਹਿਲਾਂ ਤੋਂ ਤੁਸੀਂ ਇਸ ਦੇ ਨਾਲ ਜਾਣਕਾਰੀ ਲੈ ਸਕਦੇ ਹੋ ਕਿ ਕਿਹੜੀ ਥਾਂ ਤੁਹਾਡੇ ਰਹਿਣ ਦੇ ਵਾਸਤੇ ਸਹੀ ਰਹੇਗੀ, ਜਿਹੜਾ ਕੰਮ ਜਾਂ ਫਿਰ ਜਿਹੜੇ ਖਿੱਤੇ ਦੇ ਵਿੱਚ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਉਹ ਕਿਹੜੀ ਥਾਂ ਦੇ ਉੱਤੇ ਜ਼ਿਆਦਾ ਤੁਹਾਨੂੰ ਮਿਲੇਗਾ, ਤਾਂ ਕਿ ਤੁਹਾਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਵੱਖੋ ਵੱਖਰੀਆਂ ਸਹੂਲਤਾਂ ਤੇ ਇਸ ਦੇ ਬਾਰੇ ਜਾਣਕਾਰੀ ਹੈ ਉਹ ਮੌਜੂਦ ਹੁੰਦੀ ਹੈ। ਕੈਨੇਡਾ ਸਰਕਾਰ ਦੀ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਰੀਸੈਟਲਮੈਂਟ ਪ੍ਰੋਗਰਾਮ ਨੇ ਜੋ, ਉਹਨਾਂ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਨੌਕਰੀ ਲੱਭਣ ਦੇ ਵਿੱਚ ਵੀ ਪਹਿਲਾਂ ਹੀ ਮਦਦ ਮਿਲ ਜਾਂਦੀ ਹੈ ਤੇ ਹੋਰ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਕਿ ਕਦਮ ਦਰ ਕਦਮ ਕਿਹੜੀਆਂ ਚੀਜ਼ਾਂ ਨੇ ਜਾਂ ਕਿਹੜੇ ਡਾਕੂਮੈਂਟ ਨੇ ਉਹ ਜ਼ਰੂਰੀ ਹੁੰਦੇ ਨੇ, ਤੁਸੀਂ ਇੱਥੇ ਆ ਕੇ ਅਪਲਾਈ ਕਰਨੇ ਨੇ। ਹਰ ਚੀਜ਼ ਦੇ ਬਾਰੇ ਜਾਣਕਾਰੀ ਮੌਜੂਦ ਹੁੰਦੀ ਹੈ, ਤਾਂ ਕਿ ਜਿੰਨੇ ਵੀ ਨਵੇਂ ਆਉਣ ਵਾਲੇ ਪ੍ਰਵਾਸੀ ਨੇ ਕੈਨੇਡਾ ਵਿੱਚ ਨਵੀਂ ਜ਼ਿੰਦਗੀ ਜਦੋਂ ਸ਼ੁਰੂ ਕਰਦੇ ਨੇ, ਤਾਂ ਉਸ ਮੌਕੇ ਉਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਨਾ ਆਉਣ, ਜਿਸ ਦੇ ਵਾਸਤੇ ਇਹ ਮਦਦ ਮੁਹੱਈਆ ਕਰਵਾਈ ਜਾਂਦੀ ਹੈ ਤੇ ਨਾਲ ਦੀ ਨਾਲ ਵੀ ਇਹ ਮਦਦ ਦਿੱਤੀ ਜਾਂਦੀ ਹੈ ਜਦੋਂ ਕੈਨੇਡਾ ਦੇ ਵਿੱਚ ਨਵੇਂ ਪ੍ਰਵਾਸੀ ਆ ਵੀ ਜਾਂਦੇ ਨੇ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਤੁਹਾਨੂੰ ਦੱਸਦੇ ਹਾਂ ਕਿ ਆਖਿਰ ਐਲਬਰਟਾ ਦੇ ਵਿੱਚ ਸੂਬੇ ਦੇ ਜੋ ਜਸਟਿਸ ਮੰਤਰੀ ਨੇ, ਉਹਨਾਂ ਦੇ ਅਸਤੀਫੇ ਦੀ ਮੰਗ NDP ਦੇ ਵੱਲੋਂ ਇਸ ਸਮੇਂ ਕਿਉਂ ਕੀਤੀ ਜਾ ਰਹੀ ਹੈ।
ਐਲਬਰਟਾ ਦੇ ਜਸਟਿਸ ਮਿਨਿਸਟਰ ਕੇਸੀ ਮਾਡੂ ਦੇ ਬਾਰੇ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਜੁਰਮਾਨਾ ਹੋਇਆ ਉਸ ਸਮੇਂ ਜਦੋਂ ਉਹ ਸਕੂਲ ਜ਼ੋਨ ਦੇ ਵਿੱਚ ਗੱਡੀ ਚਲਾ ਰਹੇ ਸੀ ਤੇ ਨਾਲ ਹੀ ਫੋਨ ਦੀ ਵਰਤੋਂ ਕਰ ਰਹੇ ਸੀ। ਤੇ ਜਦੋਂ ਉਹਨਾਂ ਨੂੰ ਇਹ ਜੁਰਮਾਨਾ ਹੋਇਆ ਤਾਂ ਤੁਰੰਤ ਉਹਨਾਂ ਨੇ ਐਡਮੰਟਨ ਦੇ ਪੁਲਿਸ ਚੀਫ ਨੂੰ ਵੀ ਫੋਨ ਕੀਤਾ ਉਸ ਟਿਕਟ ਦੇ ਬਾਰੇ ਚਰਚਾ ਕਰਨ ਦੇ ਵਾਸਤੇ। ਮਾਡੂ ਨੂੰ 10 ਮਾਰਚ 2021 ਨੂੰ ਪੁੱਲ ਓਵਰ ਕੀਤਾ ਗਿਆ ਸੀ ਇੱਕ ਪੁਲਿਸ ਵਾਲੇ ਦੇ ਵੱਲੋਂ, ਜਿਸ ਤੋਂ ਬਾਅਦ ਉਹਨਾਂ ਨੂੰ $300 ਦੀ ਟਿਕਟ ਦਿੱਤੀ ਗਈ ਤੇ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਨੇ ਉਹ ਜੁਰਮਾਨਾ ਭਰ ਵੀ ਦਿੱਤਾ ਸੀ। ਪਰ ਉਸ ਤੋਂ ਬਾਅਦ ਹੁਣ ਜੋ ਇਹ ਜਾਣਕਾਰੀ ਬਾਹਰ ਆਈ ਹੈ ਕਿ ਜਦੋਂ ਉਹਨਾਂ ਨੂੰ ਟਿਕਟ ਮਿਲੀ ਤਾਂ ਤੁਰੰਤ ਉਹਨਾਂ ਨੇ ਐਡਮੰਟਨ ਦੇ ਪੁਲਿਸ ਚੀਫ ਡੇਲ ਮੈਕਫੀ ਨੂੰ ਫੋਨ ਕੀਤਾ ਸੀ। ਦਰਅਸਲ ਡੇਲ ਮੈਕਫੀ ਨੇ ਇੱਥੇ ਦੱਸਿਆ ਹੈ ਕਿ ਉਹਨਾਂ ਦੇ ਨਾਲ ਤੁਰੰਤ ਫੋਨ ਦੇ ਉੱਤੇ ਜਸਟਿਸ ਮਿਨਿਸਟਰ ਕੇਸੀ ਮਾਡੂ ਨੇ ਗੱਲਬਾਤ ਤਾਂ ਕੀਤੀ ਸੀ, ਪਰ ਉਹਨਾਂ ਨੇ ਇਸ ਟਿਕਟ ਨੂੰ ਵਾਪਸ ਦਿਵਾਉਣ ਦੇ ਬਾਰੇ ਕੁਝ ਨਹੀਂ ਸੀ ਮੰਗ ਕੀਤੀ, ਸਗੋਂ ਉਹ ਚਰਚਾ ਕਰ ਰਹੇ ਸੀ ਇਸ ਦੇ ਬਾਰੇ, ਜਿਸ ਤੋਂ ਬਾਅਦ ਇਸ ਗੱਲ ਦੀ ਨਿਖੇਧੀ ਵੀ ਹੋ ਰਹੀ ਹੈ ਤੇ ਨਾਲ ਹੀ ਹੁਣ ਐਨਡੀਪੀ ਦੇ ਵੱਲੋਂ ਇਸ ਦੇ ਬਾਰੇ ਬਿਆਨ ਜਾਰੀ ਕੀਤਾ ਗਿਆ ਤੇ ਜਸਟਿਸ ਮੰਤਰੀ ਦੇ ਅਸਤੀਫੇ ਦੀ ਮੰਗ ਸ਼ੁਰੂ ਹੋ ਗਈ ਹੈ। ਸੋਮਵਾਰ ਦੀ ਦੁਪਹਿਰ ਨੂੰ ਐਨਡੀਪੀ ਨੇ ਇਸ ਦੇ ਬਾਰੇ ਬਿਆਨ ਜਾਰੀ ਕੀਤਾ। ਕੇਸੀ ਮਾਡੂ ਸਾਲ 2020 ਅਗਸਤ ਮਹੀਨੇ ਤੋਂ ਐਲਬਰਟਾ ਦੇ ਜਸਟਿਸ ਮੰਤਰੀ ਨੇ। ਜਿਵੇਂ ਕਿ ਸੋਮਵਾਰ ਦੀ ਦੁਪਹਿਰ ਨੂੰ ਐਨਡੀਪੀ ਦੇ ਵੱਲੋਂ ਇਸ ਦੇ ਬਾਰੇ ਬਿਆਨ ਜਾਰੀ ਕੀਤਾ ਗਿਆ ਤੇ ਜਸਟਿਸ ਮੰਤਰੀ ਨੇ ਜੋ ਐਲਬਰਟਾ ਦੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ, ਇਸ ਦੇ ਬਾਰੇ ਕੱਲ ਤੱਕ ਹੋਰ ਅਪਡੇਟ ਸਾਹਮਣੇ ਆਵੇਗੀ, ਜਿਸ ਤੋਂ ਦੱਸਾਂਗੇ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਦੇ ਹਾਂ। ਜੋ ਓਨਟਾਰੀਓ ਤੇ ਕਿਊਬੈਕ ਦੇ ਵਿੱਚ ਬਰਫੀਲੇ ਤੂਫਾਨ ਦੇ ਕਰਕੇ ਨੁਕਸਾਨ ਹੋਇਆ ਹੈ, ਉਸ ਦੇ ਬਾਰੇ ਦੱਸਾਂਗੇ। ਓਨਟਾਰੀਓ ਤੇ ਕਿਊਬੈਕ ਦੇ ਕਈ ਹਿੱਸਿਆਂ ਵਿੱਚ ਬਰਫੀਲੇ ਤੂਫਾਨ ਦੇ ਕਰਕੇ ਕਾਫੀ ਕੰਮਕਾਰ ਬੰਦ ਹੋ ਗਏ। ਜੋ ਜਾਣਕਾਰੀ ਦਿੱਤੀ ਗਈ ਹੈ ਤੇ এনवायरमेंट ਕੈਨੇਡਾ ਨੇ ਪਹਿਲਾਂ ਹੀ ਇਸ ਦੇ ਬਾਰੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਸੀ ਤੇ ਟੋਰਾਂਟੋ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਰਕੇ ਕਈ ਸੜਕਾਂ ਨੂੰ ਵੀ ਬੰਦ ਕਰਨਾ ਪਿਆ। ਇਸ ਦੌਰਾਨ ਕਈ ਗੱਡੀਆਂ ਵੀ ਬਰਫ਼ ਦੇ ਵਿੱਚ ਫਸ ਗਈਆਂ ਸਨ, ਜਿਸ ਦੇ ਬਾਰੇ ਪਹਿਲਾਂ ਤੋਂ ਵੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਤੇ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਉਹ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ, ਘਰਾਂ ਦੇ ਵਿੱਚ ਹੀ ਰਹਿਣ, ਕਿਉਂਕਿ ਮੌਸਮ ਦੀ ਖਰਾਬੀ ਦੇ ਕਰਕੇ ਜੋ ਵੱਖਰੀਆਂ ਸਰਵਿਸਿਜ਼ ਨੇ ਉਹ ਵੀ ਪ੍ਰਭਾਵਿਤ ਹੋਈਆਂ ਨੇ। ਤਾਂ ਦੂਜੇ ਪਾਸੇ ਪੁਲਿਸ ਨੂੰ ਤੇ ਨਾਲ ਹੀ ਮਦਦ ਦੇ ਵਾਸਤੇ ਫਾਇਰ ਵਿਭਾਗ ਨੂੰ ਕਾਫੀ ਜ਼ਿਆਦਾ ਫੋਨ ਵੀ ਆ ਰਹੇ ਨੇ। ਜ਼ਿਆਦਾ ਗਿਣਤੀ ਦੇ ਵਿੱਚ ਜੋ ਸੜਕ ਹਾਦਸੇ ਵਾਪਰਨ ਦੇ ਮਾਮਲੇ ਵੀ ਸਾਹਮਣੇ ਆਏ ਨੇ ਜਾਂ ਫਿਰ ਗੱਡੀਆਂ ਫਸਣ ਦੇ ਮਾਮਲੇ ਸਾਹਮਣੇ ਆਏ ਨੇ। ਹਰ ਥਾਂ ਦੇ ਉੱਤੇ ਪਹੁੰਚਣ ਵਿੱਚ ਦਿੱਕਤ ਵੀ ਹੋ ਰਹੀ ਹੈ, ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਡਰਾਈਵਰ ਸਨ ਜੋ ਕਿ ਫਸ ਗਏ ਸੜਕਾਂ ਦੇ ਉੱਤੇ। ਜੋ ਭਾਰੀ ਬਰਫ਼ਬਾਰੀ ਦੇ ਕਰਕੇ ਕਿਤੇ ਕੋਈ ਵਾਹਨ ਫਸ ਜਾਂਦਾ ਸੀ ਤਾਂ ਉਸ ਦੇ ਕਰਕੇ ਪਿੱਛੇ ਸਾਰੀ ਸੜਕ ਬੰਦ ਹੋ ਜਾਂਦੀ ਸੀ। ਟੋਰਾਂਟੋ ਦੇ ਵਿੱਚ ਜੋ ਇਹ ਹਾਲ ਹੋਇਆ, ਉਸ ਤੋਂ ਬਾਅਦ ਕਈ ਕੋਵਿਡ-19 ਦੇ ਵੈਕਸੀਨ ਕਲੀਨਿਕ ਵੀ ਬੰਦ ਕਰ ਦਿੱਤੇ ਗਏ ਤੇ ਇਸ ਦੇ ਨਾਲ ਹੀ ਹੋਰ ਕਈ ਅਜਿਹੇ ਵਪਾਰ ਜੋ ਜ਼ਰੂਰੀ ਨਹੀਂ ਸਨ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ। ਬੇਸ਼ੱਕ ਸੋਮਵਾਰ ਦੀ ਸਵੇਰ ਨੂੰ 11:30 ਵਜੇ ਦੇ ਨੇੜੇ ਟੋਰਾਂਟੋ, ਪੀਲ, ਯਾਰਕ, ਹੈਲਟਨ ਤੇ ਹੈਮਿਲਟਨ ਖੇਤਰਾਂ ਵਿੱਚ ਬਰਫ਼ਬਾਰੀ ਦੀ ਚੇਤਾਵਨੀ ਨੂੰ ਹਟਾ ਦਿੱਤਾ ਗਿਆ, ਪਰ ਜੋ ਪਹਿਲਾਂ ਬਰਫ਼ ਪਈ ਹੈ ਉਸ ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ ਉਸ ਦੇ ਨਾਲ ਨਜਿੱਠਣ ਦੇ ਵਾਸਤੇ ਲੋਕਾਂ ਵੱਲੋਂ ਜਦੋਜਹਿਦ ਕੀਤੀ ਜਾ ਰਹੀ ਹੈ। ਅਗਲੀ ਖਬਰ ਵੀ ਓਨਟਾਰੀਓ ਤੋਂ ਹੀ ਹੈ, ਜਿੱਥੇ ਕਿ ਇੱਕ ਕੰਪਨੀ 'ਚ ਕੰਮ ਕਰਦੇ ਕਾਮੇ ਦਾ ਉਸ ਸਮੇਂ ਦੇਹਾਂਤ ਹੋ ਗਿਆ ਜਦੋਂ ਇੱਕ ਹਾਦਸਾ ਕੰਮ ਵਾਲੀ ਥਾਂ ਦੇ ਉੱਤੇ ਵਾਪਰ ਗਿਆ। ਸਟੈਲਕੋ ਕੰਪਨੀ ਦੇ ਇੱਕ ਕਾਮੇ ਦੀ ਜਾਨ ਗਈ ਹੈ ਇੱਕ ਹਾਦਸੇ ਦੇ ਵਿੱਚ, ਜਿਸ ਦੇ ਬਾਰੇ ਹੁਣ ਓਨਟਾਰੀਓ ਦੀ ਮਿਨਿਸਟਰੀ ਆਫ ਲੇਬਰ ਦੇ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਕਿਰਕ ਮੂਰ ਦੇ ਵਜੋਂ ਹੋਈ ਹੈ, ਜੋ ਕਿ 40 ਸਾਲ ਤੋਂ ਵੀ ਵੱਧ ਦੇ ਸਮੇਂ ਤੋਂ ਹੈਮਿਲਟਨ ਸਟੀਲ ਮੇਕਰਸ ਦੇ ਲਈ ਕੰਮ ਕਰ ਰਿਹਾ ਸੀ। ਜੋ ਕਾਮਿਆਂ ਦੀ ਯੂਨੀਅਨ ਹੈ ਯੂਨਾਈਟਿਡ ਸਟੀਲ ਵਰਕਰਸ ਲੋਕਲ 1005, ਉਹਨਾਂ ਨੇ ਪੁਸ਼ਟੀ ਵੀ ਕੀਤੀ ਹੈ। ਉਹਨਾਂ ਕਿਹਾ ਕਿ ਕਿਰਕ ਮੂਰ ਨੂੰ ਉਸ ਦੇ ਨਾਲ ਦੇ ਕਾਫੀ ਗਿਣਤੀ ਵਿੱਚ ਕਾਮੇ ਜਾਣਦੇ ਸਨ, ਜੋ ਕਿ ਕਾਫੀ ਮਸ਼ਹੂਰ ਵੀ ਸੀ ਕਿਉਂਕਿ ਉਹ ਉੱਥੇ ਲੰਮੇ ਚਿਰ ਤੋਂ ਕੰਮ ਕਰ ਰਿਹਾ ਸੀ, ਜੋ ਕਿ ਪਿੱਛੇ ਆਪਣੇ ਪੁੱਤਰ ਪੌਲ ਤੇ ਕ੍ਰਿਸ ਨੂੰ ਛੱਡ ਗਿਆ ਹੈ, ਜਿਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਲਈ ਇਹ ਕਾਫੀ ਮੁਸ਼ਕਲ ਦੀ ਘੜੀ ਹੈ। ਤੇ ਉਧਰ ਕੰਪਨੀ ਸਟੈਲਕੋ ਨੇ ਇਸ ਦੇ ਬਾਰੇ ਪੁਸ਼ਟੀ ਕੀਤੀ ਹੈ, ਜਿਨ੍ਹਾਂ ਕਿਹਾ ਕਿ ਹੈਮਿਲਟਨ ਵਰਕਸ ਦੇ ਜੋ ਉਹਨਾਂ ਦੀ ਫੈਸਿਲਿਟੀ ਹੈ ਉੱਥੇ ਇੱਕ ਸ਼ਨੀਵਾਰ ਦੀ ਸਵੇਰ ਨੂੰ ਕਾਫੀ ਗੰਭੀਰ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਉਹਨਾਂ ਦੇ ਇੱਕ ਕਾਮੇ ਦੀ ਜਾਨ ਚਲੀ ਗਈ ਹੈ, ਜੋ ਕਿ ਪਹਿਲਾਂ ਜ਼ਖਮੀ ਹੋਇਆ ਸੀ ਪਰ ਬਾਅਦ ਵਿੱਚ ਉਸਨੇ ਦਮ ਤੋੜ ਦਿੱਤਾ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਾਮੇ ਦੇ ਪਰਿਵਾਰਕ ਮੈਂਬਰਾਂ ਦੇ ਵਾਸਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਜਨਵਰੀ 15 ਨੂੰ ਸਟੈਲਕੋ ਕੰਪਨੀ ਨੇ ਇਸ ਮਾਮਲੇ ਦੀ ਪੁਸ਼ਟੀ ਕੀਤੀ ਸੀ, ਤਾਂ ਉਧਰ ਮਿਨਿਸਟਰੀ ਤੋਂ 2 ਇੰਸਪੈਕਟਰ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੇ ਨੇ, ਜੋ ਕਿ ਮੌਕੇ ਦੇ ਉੱਤੇ ਪਹੁੰਚੇ।
ਇਸ ਦੌਰਾਨ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕੰਮ ਵਾਲੀ ਥਾਂ ਦੇ ਉੱਤੇ ਕਾਮਿਆਂ ਦੀ ਸੁਰੱਖਿਆ ਨੂੰ ਹੋਰ ਜ਼ਿਆਦਾ ਸਥਾਈ ਬਣਾਉਣ ਦੇ ਵਾਸਤੇ ਕਿਹੋ ਜਿਹੇ ਕਦਮ ਚੁੱਕੇ ਜਾ ਸਕਦੇ ਨੇ। ਤਾਂ ਦੂਜੇ ਪਾਸੇ ਕਾਮਿਆਂ ਦੀ ਜੋ ਯੂਨੀਅਨ ਹੈ USW ਲੋਕਲ 1005, ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਤੋਂ ਬਾਅਦ ਜੇਕਰ ਮਾਨਸਿਕ ਤੌਰ ਦੇ ਉੱਤੇ ਕੋਈ ਜ਼ਿਆਦਾ ਪ੍ਰਭਾਵਿਤ ਹੋਇਆ ਹੈ ਤਾਂ ਇਸ ਦੇ ਬਾਰੇ ਮਦਦ ਲਈ ਜਾ ਸਕਦੀ ਹੈ। ਮਾਨਸਿਕ ਰੂਪ ਦੇ ਵਿੱਚ ਮਜ਼ਬੂਤ ਕੀਤੇ ਜਾਣ ਦੇ ਲਈ ਵੀ ਸਮੇਂ ਮਦਦ ਦਿੱਤੀ ਜਾ ਰਹੀ ਹੈ ਕਾਮਿਆਂ ਨੂੰ, ਜੋ ਕਿ ਮੂਡ ਨੂੰ ਜਾਣਦੇ ਸਨ ਤੇ ਉਸਦੇ ਚਲੇ ਜਾਣ ਦੇ ਉੱਤੇ ਕਾਫੀ ਜ਼ਿਆਦਾ ਪਰੇਸ਼ਾਨ ਨੇ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਜੋ ਕੈਲਗਰੀ ਵਿੱਚ ਸਿਟੀ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਅੱਜ ਰਾਤ ਦੇ ਵਾਸਤੇ ਹੀ এনवायरमेंट ਕੈਨੇਡਾ ਨੇ ਚੇਤਾਵਨੀ ਪਹਿਲਾਂ ਤੋਂ ਜਾਰੀ ਕਰ ਦਿੱਤੀ ਹੈ ਕਿ ਕੜਾਕੇ ਦੀ ਠੰਡ ਹੋਰ ਜ਼ਿਆਦਾ ਪੈਣ ਵਾਲੀ ਹੈ। ਠੰਡੀ ਹਵਾ ਚੱਲੇਗੀ, ਬਰਫ਼ ਤਾਂ ਜ਼ਿਆਦਾ ਨਹੀਂ ਪਵੇਗੀ, ਜਿਸ ਦੇ ਬਾਰੇ ਦੱਸਿਆ ਗਿਆ ਹੈ ਕਿ 2 ਤੋਂ ਲੈ ਕੇ 4 ਸੈਂਟੀਮੀਟਰ ਤੱਕ ਹੋ ਸਕਦਾ ਕਿ ਬਰਫ਼ ਪਵੇਗੀ। ਪਰ ਇਸ ਮੌਕੇ ਸੜਕਾਂ ਦੇ ਉੱਤੇ ਬਰਫ਼ ਜੰਮ ਸਕਦੀ ਹੈ ਤੇ ਜਿਸ ਦੇ ਲਈ ਪਹਿਲਾਂ ਤੋਂ ਤਿਆਰੀਆਂ ਕੀਤੀਆਂ ਗਈਆਂ ਨੇ ਕਿ ਸਿਟੀ ਦੇ ਵੱਲੋਂ ਸੋਮਵਾਰ ਦੀ ਦੁਪਹਿਰ ਤੋਂ ਹੀ ਲੂਣ ਛਿੜਕਣਾ ਸੜਕਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਗਿਆ ਸੀ ਤਾਂ ਕਿ ਬਲੈਕ ਆਈਸ ਨਾ ਬਣੇ ਤੇ ਜੋ ਸੜਕ ਹਾਦਸਿਆਂ ਦੀ ਗਿਣਤੀ ਦੇ ਵਿੱਚ ਅਜਿਹੇ 'ਚ ਵਾਧਾ ਹੁੰਦਾ ਹੈ ਅਜਿਹਾ ਨਾ ਹੋਵੇ, ਜਿਸ ਦੇ ਵਾਸਤੇ ਸਿਟੀ ਦੇ ਵੱਲੋਂ ਤਿਆਰੀਆਂ ਪਹਿਲਾਂ ਤੋਂ ਕੀਤੀਆਂ ਗਈਆਂ। ਜੋ এনवायरमेंट ਕੈਨੇਡਾ ਨੇ ਜਾਣਕਾਰੀ ਦਿੱਤੀ ਹੈ ਉਸ ਮੁਤਾਬਕ 70 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਹਵਾ ਚੱਲਣ ਦੇ ਬਾਰੇ ਪਹਿਲਾਂ ਤੋਂ ਕਿਆਸ ਲਗਾਏ ਜਾ ਰਹੇ ਨੇ ਤੇ ਨਾਲ ਹੀ ਜੋ ਤਾਪਮਾਨ ਹੈ ਉਹ ਮਹਿਸੂਸ -23 ਡਿਗਰੀ ਤੱਕ ਹੋਵੇਗਾ। ਕੜਾਕੇ ਦੀ ਠੰਡ ਬਾਰੇ ਹੀ ਕੈਲਗਰੀ ਦੇ ਵਾਸਤੇ ਜੋ ਚੇਤਾਵਨੀ ਪਹਿਲਾਂ ਤੋਂ ਜਾਰੀ ਕੀਤੀ ਗਈ ਹੈ ਤੇ ਅੱਜ ਰਾਤ ਦੇ ਵਾਸਤੇ ਇਹ ਲਾਗੂ ਹੈ। ਇਸ ਦੇ ਬਾਰੇ ਕੱਲ ਤੱਕ ਜਿਹੜੀ ਵੀ ਅਪਡੇਟ ਆਵੇਗੀ ਉਸ ਤੁਹਾਨੂੰ ਦੱਸਾਂਗੇ। ਹੁਣ ਰੁਕ ਅਗਲੀ ਖਬਰ ਦੇ ਵੱਲ। ਜੋ ਓਨਟਾਰੀਓ ਵਿੱਚ ਅੱਜ ਸਵੇਰੇ 2 ਭਿਆਨਕ ਸੜਕ ਹਾਦਸੇ ਵਾਪਰੇ, ਜਿਸ ਦੇ ਵਿੱਚ 2 ਜਣਿਆਂ ਨੇ ਦਮ ਤੋੜ ਦਿੱਤਾ। ਪੂਰਬੀ ਓਨਟਾਰੀਓ ਵਿੱਚ ਓਟਵਾ ਦੇ ਬਾਹਰ ਹਾਈਵੇ 417 ਦੇ ਉੱਤੇ ਅੱਜ ਸਵੇਰੇ 2 ਹਾਦਸੇ ਵਾਪਰੇ, ਜਿਸ ਤੋਂ ਬਾਅਦ 2 ਜਣਿਆਂ ਦੀ ਮੌਤ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਦੀ ਸਵੇਰ ਨੂੰ ਪਹਿਲਾ ਹਾਦਸਾ ਵਾਪਰਿਆ ਜਦੋਂ 5:30 ਵਜੇ ਦਾ ਸਮਾਂ ਸੀ। ਹਾਈਲੈਂਡ ਰੋਡ ਤੇ ਕਾਉਂਟੀ ਰੋਡ 23 ਦੇ ਦਰਮਿਆਨ ਹਾਈਵੇ 17 ਦੇ ਉੱਤੇ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਇਸ ਮੌਕੇ ਕੁਝ ਖੇਤਰ ਨੂੰ ਕਈ ਘੰਟੇ ਤੱਕ ਬੰਦ ਰੱਖਿਆ ਗਿਆ, ਜੋ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ। ਤੇ ਦੂਜਾ ਹਾਦਸਾ ਵੀ ਹਾਈਵੇ 417 ਦੇ ਉੱਤੇ ਵਾਪਰਿਆ, ਜੋ ਕਿ ਵਾਈਟ ਲੇਕ ਰੋਡ ਓਵਰਪਾਸ ਦੇ ਉੱਤੇ ਵਾਪਰਿਆ, ਜੋ ਕਿ ਦੁਪਹਿਰ ਨੂੰ 12:25 ਦਾ ਸਮਾਂ ਸੀ ਸੋਮਵਾਰ ਨੂੰ। ਇਸ ਹਾਦਸੇ ਵਿੱਚ ਇੱਕ ਵਿਅਕਤੀ ਨੇ ਮੌਕੇ ਦੇ ਉੱਤੇ ਹੀ ਦਮ ਤੋੜ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਹਾਈਵੇ 417 ਨੂੰ ਕਾਉਂਟੀ ਰੋਡ 29 ਤੇ ਕੈਂਪਬੈਲ ਡਰਾਈਵ ਦੇ ਦਰਮਿਆਨ ਕਈ ਘੰਟੇ ਤੱਕ ਬੰਦ ਰੱਖਿਆ ਗਿਆ। ਜਿਨ੍ਹਾਂ ਦੀ ਜਾਨ ਗਈ ਹੈ ਉਹਨਾਂ ਦੀ ਪਛਾਣ ਨੂੰ ਹਜੇ ਜਨਤਕ ਨਹੀਂ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਇਹਨਾਂ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਤੇ ਇਸ ਦੇ ਬਾਰੇ ਹੋਰ ਵਿਸਥਾਰ ਵਿੱਚ ਪੁਲਿਸ ਵੱਲੋਂ ਕੱਲ ਤੱਕ ਜਾਣਕਾਰੀ ਦਿੱਤੀ ਜਾ ਸਕਦੀ ਹੈ। ਹੁਣ ਤੁਹਾਨੂੰ ਦੱਸਾਂਗੇ ਜੋ ਮੈਨੀਟੋਬਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਸਾਲ 2022 ਦਾ ਪਹਿਲਾ PNP ਦਾ ਡਰਾਅ ਕੱਢਿਆ, ਜਿਸ ਦੇ ਵਿੱਚ ਇਨਵੀਟੇਸ਼ਨ ਭੇਜੇ ਗਏ ਨੇ। ਆਖਿਰ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਇਹ ਇਨਵੀਟੇਸ਼ਨ ਭੇਜੇ ਗਏ ਨੇ ਉਹ ਦੱਸਾਂਗੇ। ਮੈਨੀਟੋਬਾ ਸੂਬੇ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਇੱਕ PNP ਦਾ ਡਰਾਅ ਕੱਢਿਆ। 443 ਜਣਿਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ। ਮੈਨੀਟੋਬਾ ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਤਹਿਤ ਜੋ ਇਹ ਡਰਾਅ ਕੱਢਿਆ ਗਿਆ ਹੈ, ਜਿਸ ਦੇ ਵਿੱਚ ਜੋ ਸਕਿਲਡ ਵਰਕਰਸ ਇਨ ਮੈਨੀਟੋਬਾ ਯਾਨੀ ਕਿ ਪ੍ਰਵਾਸੀ ਕਾਮੇ ਜਿਹੜੇ ਕਿ ਮੈਨੀਟੋਬਾ ਦੇ ਵਿੱਚ ਹੀ ਮੌਜੂਦ ਨੇ ਤੇ ਉਹਨਾਂ ਦੇ ਕੋਲ ਉੱਥੇ ਕੰਮ ਕਰਨ ਦਾ ਤਜਰਬਾ ਹੈ, ਉਸ ਦੇ ਵਿੱਚ 357 ਜਣਿਆਂ ਨੂੰ ਇਨਵੀਟੇਸ਼ਨ ਗਏ ਨੇ, ਜਿਸ ਦੇ ਵਿੱਚ ਘੱਟੋ ਘੱਟ ਸਕੋਰ 459 ਤੱਕ ਗਿਆ। ਸਕਿਲਡ ਵਰਕਰਸ ਓਵਰਸੀਜ਼ ਯਾਨੀ ਕਿ ਬਾਹਰਲੇ ਮੁਲਕਾਂ ਤੋਂ ਪ੍ਰਵਾਸੀ ਕਾਮੇ ਜਿਨ੍ਹਾਂ ਨੇ ਇਸ ਦੇ ਵਾਸਤੇ ਅਪਲਾਈ ਕੀਤਾ 53 ਇਨਵੀਟੇਸ਼ਨ ਗਏ ਨੇ। 711 ਤੱਕ ਘੱਟੋ ਘੱਟ ਸਕੋਰ ਗਿਆ। ਇੰਟਰਨੈਸ਼ਨਲ ਐਜੂਕੇਸ਼ਨ ਸਟਰੀਮ ਦੇ ਵਿੱਚ ਵੀ 33 ਇਨਵੀਟੇਸ਼ਨ ਗਏ ਨੇ। ਇਸ ਦੇ ਨਾਲ ਹੀ 97 ਇਨਵੀਟੇਸ਼ਨ ਉਹਨਾਂ ਨੂੰ ਗਏ ਨੇ ਜਿਨ੍ਹਾਂ ਨੇ PNP ਦੇ ਵਾਸਤੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਵਿੱਚ ਫਾਈਲਾਂ ਲਗਾਈਆਂ ਸਨ, ਜੋ ਇਹ ਤਾਜ਼ਾ ਡਰਾਅ ਨਿਕਲਿਆ। ਤੁਹਾਨੂੰ ਦੱਸੇ ਕਿ ਸਾਲ 2022 ਦਾ ਮੈਨੀਟੋਬਾ ਦਾ ਇਹ ਪਹਿਲਾ PNP ਦਾ ਡਰਾਅ ਹੈ, ਜਿਸ ਦੇ ਵਿੱਚ ਇਹ ਇਨਵੀਟੇਸ਼ਨ ਭੇਜੇ ਗਏ ਨੇ। ਅੱਗੇ ਜਾਣਕਾਰੀ ਜੋ ਬਰੈਂਪਟਨ 'ਚ ਰਹਿਣ ਵਾਲੇ 22 ਸਾਲਾ ਪੰਜਾਬੀ ਨੌਜਵਾਨ ਦੇ ਉੱਤੇ ਮਾਮਲੇ ਦਰਜ ਹੋਏ ਨੇ ਤੇ ਉਸ ਦੀ ਗ੍ਰਿਫਤਾਰੀ ਹੋਈ ਹੈ। ਕੀ ਹੈ ਪੂਰਾ ਮਾਮਲਾ, ਇਸ ਦੇ ਬਾਰੇ ਤੁਹਾਨੂੰ ਇਸ ਰਿਪੋਰਟ ਵਿੱਚ ਦਵਾਂਗੇ ਜਾਣਕਾਰੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾ ਏਕਮਜੋਤ ਸੰਧੂ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਮਿਸੀਸਾਗਾ ਵਿੱਚ ਇੱਕ ਸੜਕ ਹਾਦਸਾ ਵਾਪਰਿਆ ਸੀ, ਜਿਸ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਵੀ ਚਲੀ ਗਈ ਸੀ। ਸਤੰਬਰ 11, 2021 ਨੂੰ ਸਵੇਰ ਦੇ 12:30 ਵਜੇ ਦਾ ਸਮਾਂ ਸੀ ਜਦੋਂ 2 ਵਾਹਨ ਇੱਕ ਹਾਦਸੇ ਦੇ ਸ਼ਿਕਾਰ ਹੋਏ, ਜੋ ਕਿ ਇੱਕ ਇੰਟਰਸੈਕਸ਼ਨ ਵਿੰਸਟਨ ਚਰਚਿਲ ਬੁਲੇਵਾਰਡ ਦੇ ਉੱਤੇ ਜਿੱਥੇ ਹਾਦਸਾ ਵਾਪਰਿਆ ਮਿਸੀਸਾਗਾ ਦੇ ਵਿੱਚ, ਜਿਸ ਦੇ ਵਿੱਚ ਜਿਹੜਾ ਪਹਿਲਾ ਵਾਹਨ ਸੀ ਉਸ ਨੂੰ ਇੱਕ ਟੋਰਾਂਟੋ ਦਾ ਰਹਿਣ ਵਾਲਾ 34 ਸਾਲ ਦਾ ਵਿਅਕਤੀ ਚਲਾ ਰਿਹਾ ਸੀ ਤੇ ਉਸ ਦੇ ਨਾਲ ਇੱਕ 34 ਸਾਲ ਦਾ ਵਿਅਕਤੀ ਮੌਜੂਦ ਸੀ ਮਿਸੀਸਾਗਾ ਦਾ ਰਹਿਣ ਵਾਲਾ। ਤੇ ਉਸ ਵਾਹਨ ਵਿੱਚ ਜੋ ਦੂਜਾ ਵਿਅਕਤੀ ਮੌਜੂਦ ਸੀ ਉਸਨੇ ਮੌਕੇ ਤੇ ਉੱਤੇ ਹੀ
ਦਮ ਤੋੜ ਦਿੱਤਾ ਸੀ ਇਸ ਹਾਦਸੇ ਤੋਂ ਬਾਅਦ। ਤੇ ਜੋ ਦੂਜਾ ਵਾਹਨ ਸੀ ਉਸ ਦੇ ਵਿੱਚ 22 ਸਾਲ ਦਾ ਇਹ ਨੌਜਵਾਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸ ਦੇ ਨਾਲ ਇੱਕ 19 ਸਾਲ ਦੀ ਲੜਕੀ ਜੋ ਕਿ ਜ਼ਖਮੀ ਹੋਏ। ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਸੀ ਪਰ ਇਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਸੀ, ਜਿਸ ਤੋਂ ਬਾਅਦ ਹੁਣ ਵੀਰਵਾਰ ਦੇ ਦਿਨ 22 ਸਾਲ ਦੇ ਏਕਮਜੋਤ ਸੰਧੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਉੱਤੇ ਖਰਾਬ ਡਰਾਈਵਿੰਗ ਕਰਨ ਦੇ ਮਾਮਲੇ ਦਰਜ ਹੋਏ ਨੇ, ਜਿਸ ਤੋਂ ਬਾਅਦ ਮੌਤ ਵੀ ਹੋਈ ਹੈ ਤੇ ਇਸ ਸੰਬੰਧੀ ਵੀ ਮਾਮਲੇ ਦਰਜ ਹੋਏ ਨੇ। ਕਈ ਮਾਮਲੇ ਏਕਮਜੋਤ ਸੰਧੂ ਦੇ ਉੱਤੇ ਦਰਜ ਕੀਤੇ ਗਏ ਨੇ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਓਨਟਾਰੀਓ ਕੋਰਟ ਆਫ ਜਸਟਿਸ ਬਰੈਂਪਟਨ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਹਾਦਸੇ ਦੀ ਜੇਕਰ ਕਿਸੇ ਕੋਲ ਕੋਈ ਡੈਸ਼ ਕੈਮ ਵੀਡੀਓ ਜਾਂ ਫਿਰ ਕੋਈ ਚਸ਼ਮਦੀਦ ਹੋਵੇ ਤਾਂ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।